हाँ जी स्टूडेंट्स, लास्ट टाइम तुसी डिस्चार्ज ट्यूब एक्सपेरीमेंट पढ़ रहे सी ਜਿਹਦੇ ਵਿੱਚ ਆਪਾਂ ਕੈਥੋਡ ਰੇਜ਼ ਤੱਕ ਪਹੁੰਚੇ ਸੀ ਕਿ ਜੋ ਡਿਸਚਾਰਜ ਟਿਊਬ ਦੇ ਵਿੱਚ ਰੇਜ਼ ਆਉਂਦੀਆਂ ਨੇ ਇਸ ਤਰਫ ਤੋਂ ਇਸ ਤਰਫ ਤੱਕ ਟਰੈਵਲ ਕਰਦੀਆਂ ਇਹਨਾਂ ਨੂੰ ਕੈਥੋਡ ਰੇਜ਼ ਦਾ ਨਾਮ ਦਿੱਤਾ ਸੀ। ਆ ਤੁਸੀਂ ਪੜ੍ਹਿਆ ਲਾਸਟ ਟਾਈਮ ਕਿ ਇਨ ਦਾ ਫਾਰਮ ਆਫ ਲਾਈਟਸ ਜਿਹੜੀਆਂ ਇਹ ਰੇਜ਼ ਮੂਵ ਕਰਦੀਆਂ ਕੈਥੋਡ ਤੋਂ ਐਨੋਡ ਦੀ ਤਰਫ, ਦੈਟ ਇਜ਼ ਵਾਈ ਥੀਸ ਵਰ ਕਾਲਡ ਕੈਥੋਡ ਰੇਜ਼। ਸੋ ਨੈਕਸਟ ਅਗਲਾ ਟੌਪਿਕ ਆਪਾਂ ਡਿਸਕਸ ਕਰਾਂਗੇ ਹੁਣ ਇਹਦੇ 'ਚ ਨੇਚਰ ਆਫ ਕੈਥੋਡ ਰੇਜ਼ ਕਿ ਉਹ ਜੋ ਕੈਥੋਡ ਰੇਜ਼ ਪ੍ਰੋਡਿਊਸ ਹੋਈਆਂ ਸੀ ਡਿਸਚਾਰਜ ਟਿਊਬ ਦੇ ਵਿੱਚ ਉਹਨਾਂ ਦਾ ਨੇਚਰ ਕਿਹੋ ਜਿਹਾ। ਸੋ ਇਸ ਨੇਚਰ 'ਤੇ ਹੀ ਬੇਸਡ ਫਿਰ ਇਲੈਕਟ੍ਰੋਨ ਦੀ ਡਿਸਕਵਰੀ ਕੀਤੀ ਜਾਂਦੀ ਹੈ। ਇਕੱਠੇ ਹੀ ਟੌਪਿਕ ਹੈ, ਹਜੇ ਸਾਰਾ ਜੋ ਚੱਲ ਰਿਹਾ ਇਹ ਸਾਰਾ ਇੱਕੋ ਹੀ ਟੌਪਿਕ ਹੈ, ਡਿਸਕਵਰੀ ਆਫ ਇਲੈਕਟ੍ਰੋਨ। ਸੋ ਉਹਦੇ ਵਿੱਚ ਨੈਕਸਟ ਹੈ ਹੁਣ ਇਹਦੇ 'ਚ ਨੇਚਰ ਆਫ ਕੈਥੋਡ ਰੇਜ਼। ਸੋ ਫਸਟ the cathode rays starts from cathode and moves toward anode because when an object is placed inside the tube then its shadow is formed on the wall opposite to cathode। ਕਹਿੰਦੇ ਜਿਹੜੀਆਂ ਕੈਥੋਡ ਰੇਜ਼ ਨੇ ਇਹ ਕੈਥੋਡ ਤੋਂ ਸਟਾਰਟ ਹੁੰਦੀਆਂ ਨੇ ਤੇ ਐਨੋਡ ਦੀ ਤਰਫ ਮੂਵ ਕਰਦੀਆਂ ਨੇ। ਕਿਵੇਂ ਇਹ ਦੇਖਿਆ ਗਿਆ ਕਿਉਂਕਿ ਕਹਿੰਦੇ ਜਦੋਂ ਇੱਕ ਆਬਜੈਕਟ ਜੋ ਹੈ ਉਹੀ ਡਿਸਚਾਰਜ ਟਿਊਬ ਬਣਾਈ ਹੋਈ ਹੈ ਕਿ ਕੋਈ ਇੱਕ ਆਬਜੈਕਟ ਰੱਖ ਦਿੱਤਾ ਤੇ ਇਹ ਚੀज़ ਦੇਖेगी कि जो ऑब्जेक्ट है इसकी जो शैडो है ये इत्थे लिख भी देना बेशक कि दिस इज़ द शैडो ऑफ ऑब्जेक्ट कि इसकी जो शैडो परछावां जो बनता है वो इस पासे बनया। ਹੁਣ ਆਪਾਂ ਦੇਖਦੇ ਹਾਂ कि इधरों लाइट आई होनी है ਤਾਂ ਹੀ परछावां ਇੱਧਰ ਜਾ ਕੇ ਬਣਿਆ। ਸੋ ਇਟ ਮੀਨਸ ਇੱਥੋਂ ਹੀ ਇਹ ਚੀज़ ਦੇਖੀ ਗਈ ਕਿ ਜੋ ਕੈਥੋਡ ਰੇਜ਼ ਨੇ ਉਹ ਕੈਥੋਡ ਤੋਂ ਮੂਵ ਕਰਦੀਆਂ ਨੇ ਐਨੋਡ ਦੀ ਤਰਫ ਜਾਂਦੀਆਂ ਨੇ ਕਿਉਂਕਿ ਜਦੋਂ ਕੋਈ ਆਬਜੈਕਟ ਕੋਈ ਚੀज़ ਜੋ ਇਹਨਾਂ ਦੇ ਰਸਤੇ 'ਚ ਰੱਖੀ ਗਈ ਤਾਂ ਉਹਦਾ परछावां ਇਸ ਪਾਸੇ ਦੇਖਿਆ ਗਿਆ। ਸੋ ਫਿਰ ਇਹ ਆ ਡॉट डॉट बना के शो भी कर दिता कि रेज़ ਜਿਹੜੀਆਂ ਉਹ ਇਸ ਪਾਸੇ ਤੋਂ ਆ ਰਹੀਆਂ। ਵੈਸੇ ਰੇਜ਼ ਦਿਖਦੀਆਂ ਹੈ ਨਹੀਂ ਬਟ ਇਹਨਾਂ ਦਾ ਇਫੈਕਟ ਜੋ ਹੈ ਉਹੀ ਪਤਾ ਚੱਲਦਾ ਸਾਨੂੰ ਕਿ ਹਾਂ ਇਸ ਪਾਸੇ ਨੂੰ ਜਾ ਰਹੀਆਂ। ਲਾਈਟ ਵੀ ਇਸੇ ਤਰ੍ਹਾਂ ਹੀ ਹੁੰਦਾ, ਲਾਈਟ ਜਿਹੜੀ ਹੈ ਸਾਨੂੰ ਇਹ ਤਾਂ ਨਹੀਂ ਪਤਾ ਚੱਲ ਰਿਹਾ ਕਿ ਕਿੱਧਰੋਂ ਆਉਂਦੀ ਹੈ, ਪਰ ਜਦੋਂ ਆਪਾਂ ਸਾਹਮਣੇ ਖੜਦੇ ਹਾਂ ਤਾਂ ਫਿਰ ਪਤਾ ਚੱਲਦਾ ਕਿ ਜਿਸ ਪਾਸੇ ਪਰਛਾਵਾਂ ਇਹਦਾ ਮਤਲਬ ਉਸ ਤੋਂ ਉਲਟ ਪਾਸੇ ਤੋਂ ਜਿਹੜੀ ਲਾਈਟ ਹੈ ਉਹ ਆ ਰਹੀ ਹੈ। ਨੈਕਸਟ ਦੂਜਾ ਫਿਰ ਇਹਦੇ 'ਚ these rays are not visible, ਜਿਵੇਂ ਹੁਣੇ ਤੁਹਾਨੂੰ ਦੱਸਿਆ ਕਿ ਰੇਜ਼ ਦਿਖਾਈ ਨਹੀਂ ਦਿੰਦੀਆਂ but their effect ਲਿਖਿਆ ਹੋਇਆ their effect can be observed with the help of certain kind of material। ਪਰ ਕਿਸੇ ਵੀ ਇੱਕ ਖਾਸ ਤਰ੍ਹਾਂ ਦੇ ਮਟੀਰੀਅਲ ਦੇ ਨਾਲ ਇਹਨਾਂ ਦਾ ਜੋ ਇਫੈਕਟ ਹੈ ਉਹ ਦੇਖਿਆ ਜਾ ਸਕਦਾ। ਕਿਹੋ ਜਿਹੇ ਮਟੀਰੀਅਲ ਕਿ ਮੰਨ ਲਓ ਕੋਈ ਮੈਟਲ ਰੱਖ ਦਿੱਤੀ, ਮੈਟਲ ਜੋ ਹੈ ਜਦੋਂ ਰੱਖ ਦਿੰਦੇ ਆ ਇਹਨਾਂ ਰੇਜ਼ ਦੇ ਰਸਤੇ ਦੇ ਵਿੱਚ ਤਾਂ ਇਹ ਮੈਟਲ ਜੋ ਹੈ ਉਹ ਗਰਮ ਹੋ ਜਾਂਦਾ ਹੈ। ਇਹ ਵੀ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ। ਨੈਕਸਟ these rays also produce mechanical effect, MECHANICL, ਮਕੈਨੀਕਲ ਮਤਲਬ ਮੂਵਮੈਂਟ ਕਰਨੇ ਵਾਲਾ ਕਿ ਇਹ ਰੇਜ਼ ਜੋ ਹੈ ਕਿਸੇ ਸਬਸਟੈਂਸ ਨੂੰ ਮੂਵ ਵੀ ਕਰਵਾ ਸਕਦੀਆਂ ਨੇ because they travel from one electrode to another। for example when a small paddle wheel is placed between the electrodes then it starts rotating। ਕਹਿੰਦੇ ਕਿਆ ਕੀਤਾ ਗਿਆ ਕਿ ਇਹਨਾਂ ਰੇਜ਼ ਦੇ ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਪੈਡਲ ਵੀਲ ਰੱਖ ਦਿੱਤਾ, ਜਿਵੇਂ ਉਹ ਸਾਈਕਲ ਦੇ ਪੈਡਲ ਵਾਲਾ ਵੀਲ ਹੁੰਦਾ ਇਸ ਤਰ੍ਹਾਂ ਦਾ ਕੋਈ ਵੀਲ ਰੱਖ ਦਿੱਤਾ ਤਾਂ ਇਹ ਦੇਖਿਆ ਗਿਆ ਕਿ ਵੀਲ ਜੋ ਹੈ ਇਸ ਪਾਸੇ ਨੂੰ ਇਸ ਤਰ੍ਹਾਂ ਇਹ ਰੋਟੇਟ ਹੋਣਾ ਸ਼ੁਰੂ ਹੋ ਗਿਆ। ਐਰੋਜ਼ ਪਾਏ ਹੋਏ ਆ ਕਿ ਇਸ ਪਾਸੇ ਇਹ ਜੋ ਹੈ ਰੋਟੇਟ ਹੋ ਗਿਆ। ਇਟ ਮੀਨਸ ਉਹ ਰੇਜ਼ ਆਈਆਂ ਇੱਧਰੋਂ ਟਰੈਵਲ ਕੀਤੀਆਂ ਇੱਥੇ ਜਾ ਕੇ ਹਿੱਟ ਕੀਤੀਆਂ ਅਤੇ ਇਹਦੇ ਨਾਲ ਇਹ ਰੋਟੇਟ ਘੁੰਮਣਾ ਹੋਣਾ ਸ਼ੁਰੂ ਹੋ ਗਿਆ। ਆਪਾਂ ਕਈ ਵਾਰੀ ਦੇਖਦੇ ਹਾਂ ਕਿ ਉਹ ਸਾਈਕਲ ਦਾ ਜੋ ਪਹੀਆ ਹੁੰਦਾ ਆਪਾਂ ਪਾਣੀ ਦਾ ਪ੍ਰੈਸ਼ਰ ਮਾਰਦੇ ਹਾਂ ਉਸਦੇ ਉੱਤੇ ਅਤੇ ਉਹ ਘੁੰਮਣਾ ਸ਼ੁਰੂ ਹੋ ਜਾਂਦਾ। ਇਟ ਮੀਨਸ ਉਹ ਪਾਣੀ ਜੋ ਹੈ ਉਸਨੇ ਪ੍ਰੈਸ਼ਰ ਲਗਾਇਆ, ਕੁਛ ਉਹਦੇ ਵਿੱਚ ਮਟੀਰੀਅਲ ਪਾਰਟੀਕਲ ਸੀ ਉਹ ਹਿੱਟ ਕੀਤੇ ਜਾ ਕੇ ਤਾਂ ਉਹ ਵੀਲ ਘੁੰਮਿਆ। ਇਟ ਮੀਨਸ ਇਹ ਜਿਹੜੀਆਂ ਰੇਜ਼ ਹੈ ਇਹਨਾਂ ਦੇ ਵਿੱਚ ਵੀ ਮਟੀਰੀਅਲ ਪਾਰਟੀਕਲ ਸੀ ਜਿਹੜੇ ਹਿੱਟ ਕੀਤੇ ਜਾ ਕੇ ਜਿਹਦੇ ਕਰਕੇ ਉਹ ਵੀਲ ਜੋ ਹੈ ਉਹ ਰੋਟੇਟ ਹੋਣਾ ਸ਼ੁਰੂ ਹੋ ਜਾਂਦਾ ਹੈ। ਨੈਕਸਟ ਦ ਕੈਥੋਡ ਰੇਜ਼ ਆਰ ਆਲਸੋ ਅਫੈਕਟਡ ਬਾਏ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ। ਕੈਥੋਡ ਰੇਜ਼ ਦੇ ਉੱਤੇ ਇਲੈਕਟ੍ਰੀਕਲ ਫੀਲਡ ਵੀ ਅਪਲਾਈ ਹੁੰਦਾ, ਮੈਗਨੈਟਿਕ ਫੀਲਡ ਵੀ, ਮੀਨਸ ਇਲੈਕਟ੍ਰੀਸਿਟੀ ਦੇ ਨਾਲ ਵੀ ਇਹ ਪ੍ਰਭਾਵਿਤ ਹੁੰਦੀਆਂ ਨੇ ਅਤੇ ਮੈਗਨੈਟਿਸਿਟੀ ਦੇ ਨਾਲ ਵੀ ਕਿ ਮੈਗਨੇਟ ਦੇ ਰਸਤੇ 'ਚ ਵੀ ਰੱਖ ਦਈਏ ਤਾਂ ਇਹ ਮੈਗਨੈਟਿਕ ਇਫੈਕਟ ਵੀ ਸ਼ੋ ਕਰਦੀਆਂ ਨੇ। ਫੋਰ ਐਗਜ਼ਾਮਪਲ when two oppositely charged electrodes are placed around the discharge tube then the cathode rays deflect toward the positive electrode। ਕਹਿੰਦੇ ਜਦੋਂ ਕੋਈ ਦੋ ਇਲੈਕਟ੍ਰੋਡ ਜਿਹੜੇ ਆ ਆਪੋਜ਼ਿਟਲੀ ਚਾਰਜਡ ਰੱਖੇ ਗਏ ਇਹਨਾਂ ਦੇ ਰਸਤੇ ਦੇ ਵਿੱਚ, ਆਹ ਜੋ ਇਲੈਕਟ੍ਰੋਡ ਹੈ ਇਹਦੇ ਉੱਤੇ ਆ ਪੋਜ਼ਿਟਿਵ ਚਾਰਜ ਆ ਸ਼ੋ ਕੀਤਾ ਹੋਇਆ, ਇਹਦੇ ਉੱਤੇ ਆ ਨੈਗੇਟਿਵ ਚਾਰਜ ਆ, ਮੀਨਸ ਦੋ ਇਲੈਕਟ੍ਰੋਡ ਲਗਾਤੇ ਕੋਈ ਜਿਨ੍ਹਾਂ ਨੂੰ ਅਪੋਜ਼ਿਟ ਚਾਰਜ ਦੇ ਦਿੱਤਾ, ਇਹਦੇ ਉੱਤੇ ਨੈਗੇਟਿਵ ਚਾਰਜ ਸੀ ਇਹਦੇ ਉੱਤੇ ਪੋਜ਼ਿਟਿਵ। ਤਾਂ ਜਦੋਂ ਕੈਥੋਡ ਰੇਜ਼ ਇਹਨਾਂ ਦੇ ਇਫੈਕਟ 'ਚ ਪਹੁੰਚੀਆਂ ਤਾਂ ਕੈਥੋਡ ਰੇਜ਼ ਪੋਜ਼ਿਟਿਵ ਇਲੈਕਟ੍ਰੋਡ ਦੀ ਤਰਫ ਬੈਂਡ ਹੋ ਗਈਆਂ। ਸਾਨੂੰ ਪਤਾ ਹੈ ਕਿ ਜਿਹੜੇ ਅਪੋਜ਼ਿਟ ਚਾਰਜਸ ਨੇ ਦੇ ਅਟਰੈਕਟ ਈਚ ਅਦਰ, ਪੋਜ਼ਿਟਿਵ ਨੈਗੇਟਿਵ ਨੂੰ ਅਟਰੈਕਟ ਕਰਦਾ ਹੈ, ਨੈਗੇਟਿਵ ਪੋਜ਼ਿਟਿਵ ਨੂੰ, ਜੇ ਸੇਮ ਚਾਰਜਸ ਹੋਣ ਤਾਂ ਇੱਕ ਦੂਜੇ ਨੂੰ ਰਿਪੈਲ ਕਰਦੇ ਆ। ਇੱਥੋਂ ਫਿਰ ਇਹ ਚੀਜ਼ ਪਤਾ ਚੱਲੀ ਕਿ ਜਿਹੜੀਆਂ ਕੈਥੋਡ ਰੇਜ਼ ਹੈ ਇਹਨਾਂ ਦੇ ਵਿੱਚ ਨੈਗੇਟਿਵਲੀ ਚਾਰਜਡ ਪਾਰਟੀਕਲ ਸੀ
ਇਸੇ ਕਰਕੇ ਨੈਗੇਟਿਵ ਨੇ ਇਹਨਾਂ ਨੂੰ ਰਿਪੈਲ ਕਰ ਦਿੱਤਾ, ਪੋਜ਼ਿਟਿਵ ਨੇ ਅਟਰੈਕਟ ਕਰ ਲਿਆ, ਜਿਹਦੇ ਕਰਕੇ ਇਹ ਪੋਜ਼ਿਟਿਵ ਇਲੈਕਟ੍ਰੋਡ ਦੀ ਤਰਫ ਇਹ ਬੈਂਡ ਹੋ ਗਈਆਂ। ਤੇ ਇੱਥੇ ਲਿਖਿਆ ਵੀ ਹੋਇਆ ਵਿਚ ਮੀਨਸ ਦੈਟ ਦੇ ਕੰਸਿਸਟ ਆਫ ਨੈਗੇਟਿਵਲੀ ਚਾਰਜਡ ਪਾਰਟੀਕਲਸ। ਇੱਥੇ ਚਾਰਜ ਲਿਖ ਦੇਣਾ, ਨੈਗੇਟਿਵਲੀ ਚਾਰਜਡ ਪਾਰਟੀਕਲਸ। ਸੋ ਐਕਚੁਅਲ 'ਚ ਇੱਥੋਂ ਹੀ ਕਨਕਲੂਜਨ ਜਿਹੜਾ ਹੈ ਉਹ ਨਿਕਲਿਆ ਸੀ ਕਿ ਇਹਦਾ ਮਤਲਬ ਇਹ ਜਿਹੜੀਆਂ ਕੈਥੋਡ ਰੇਜ਼ ਨੇ ਨੈਗੇਟਿਵਲੀ ਚਾਰਜ ਪਾਰਟੀਕਲਸ ਤੋਂ ਬਣੀਆਂ ਹੋਈਆਂ, ਤੇ ਜਿਹੜੇ ਨੈਗੇਟਿਵਲੀ ਚਾਰਜ ਪਾਰਟੀਕਲ ਹੈ ਫਿਰ ਉਹਨਾਂ ਨੂੰ ਹੀ ਨਾਮ ਦਿੱਤਾ ਸੀ ਬਾਅਦ ਦੇ ਵਿੱਚ ਇਲੈਕਟ੍ਰੋਨਸ ਦਾ। ਨੈਕਸਟ ਫਿਰ ਵੈਨ ਦੀਜ਼ ਰੇਜ਼ ਸਟਰਾਈਕ ਔਨ ਏ ਥਿਨ ਮੈਟਲ ਫੋਇਲ, ਫੋਇਲ ਪੱਤੀ ਨੂੰ ਕਹਿ ਦਿੰਦੇ ਆ, ਕੋਈ ਪਤਲੀ ਜੀ ਮੈਟਲ ਦੀ ਪੱਤੀ, ਉਹਦੇ ਉੱਤੇ ਜਦੋਂ ਇਹ ਹਿੱਟ ਕਰਦੀਆਂ ਜਾ ਕੇ ਦੈਨ ਦਾ ਫੋਇਲ ਸਟਾਰਟਸ ਹੀਟਿੰਗ, ਤਾਂ ਉਹ ਪੱਤੀ ਜਿਹੜੀ ਹੈ ਗਰਮ ਹੋਣਾ ਸ਼ੁਰੂ ਹੋ ਜਾਂਦੀ ਹੈ, ਜਿਵੇਂ ਪਹਿਲਾਂ ਹੀ ਮੈਂ ਦੱਸਿਆ ਤੁਹਾਨੂੰ, ਵਿਚ shows that these rays also produce heating effect। ਜਿੱਥੋਂ ਇਹ ਚੀਜ਼ ਸ਼ੋ ਕੀਤੀ ਜਾਂਦੀ ਹੈ ਕਿ ਜਿਹੜੀਆਂ ਇਹ ਰੇਜ਼ ਨੇ ਇਹ ਹੀਟਿੰਗ ਇਫੈਕਟ ਪ੍ਰੋਡਿਊਸ ਕਰਦੀਆਂ ਨੇ। ਨੈਕਸਟ ਕੈਥੋਡ ਰੇਜ਼ ਆਲਸੋ ਪ੍ਰੋਡਿਊਸ ਐਕਸ ਰੇਜ਼। ਐਕਸ ਰੇਜ਼ ਜਿਨ੍ਹਾਂ ਦੇ ਬਾਰੇ ਪਹਿਲਾਂ ਜੋ ਹੈ ਤੁਸੀਂ ਛੋਟੀ ਕਲਾਸ 'ਚ ਵੀ ਕਿਤੇ ਪੜ੍ਹਿਆ ਹੋਣਾ, ਐਕਸ ਰੇਜ਼ ਉਹ ਰੇਜ਼ ਜਿਹੜੀਆਂ ਉਹ ਸਾਇੰਟਿਸਟ ਨੇ ਪ੍ਰੋਡਿਊਸ ਕੀਤੀਆਂ ਸੀ, ਤੇ ਬਟ ਉਹਨੂੰ ਨਾਮ ਨਹੀਂ ਉਹਨਾਂ ਦਾ ਮਿਲਿਆ, ਜਿਹਦੇ ਕਰਕੇ ਉਹਨੇ ਨਾਮ ਰੱਖ ਦਿੱਤਾ ਐਕਸ। ਸੋ ਆਪਾਂ ਮੈਥ ਦੇ ਵਿੱਚ ਵੀ ਕੋਈ ਟੌਪਿਕ ਪੜ੍ਹਦੇ ਹਾਂ ਕਿ ਕੋਈ ਚੀਜ਼ ਅਜ਼ਿਊਮ ਕਰਨੀ ਹੁੰਦੀ ਹੈ ਕਿ ਲੈਟ ਅਸ ਅਜ਼ਿਊਮ ਦੈਟ ਦਿਸ ਇਜ਼ ਇਕੁਅਲ ਟੂ ਐਕਸ, ਤਾਂ ਐਕਸ ਮਤਲਬ ਮੰਨ ਲਓ। ਸੋ ਇੱਥੇ ਐਕਸ ਰੇਜ਼ ਕਿ ਮੰਨ ਲਿਆ ਕਿ ਉਹਨਾਂ ਦਾ ਨਾਮ ਐਕਸ, ਇਸ ਤਰ੍ਹਾਂ ਮਤਲਬ ਕਿ ਇਹ ਜਿਹੜਾ ਹੈ ਐਕਸ ਰੇਜ਼ ਦਾ ਨਾਮ ਰੱਖਿਆ ਗਿਆ ਸੀ। ਇਹ ਐਕਸ ਰੇਜ਼ ਜਿਹੜੀਆਂ ਹੈ ਬੋਡੀ ਦੇ ਵਿੱਚੋਂ ਕੋਈ ਵੀ ਆਪਾਂ ਫ੍ਰੈਕਚਰਡ ਬੋਨ ਦੇਖਣੀ ਹੋਵੇ ਤਾਂ ਉਹਦੇ ਲਈ ਯੂਜ਼ ਕੀਤੀਆਂ ਜਾਂਦੀਆਂ। ਆਪਾਂ ਦੇਖਦੇ ਹਾਂ ਕਿ ਬੋਡੀ ਦੇ ਐਕਸਰੇ ਕਰਵਾਉਣੇ ਆ। ਸੋ ਕੈਥੋਡ ਰੇਜ਼ ਜਿਹੜੀਆਂ ਨੇ ਉਹ ਕਹਿੰਦੇ ਐਕਸ ਰੇਜ਼ ਵੀ ਪ੍ਰੋਡਿਊਸ ਕਰਦੀਆਂ ਨੇ, ਬਟ ਕਦੋਂ? ਵੈਨ ਦੇ ਸਟਰਾਈਕ ਅਗੇਂਸਟ, ਇੱਥੇ ਅਗੇਂਸਟ ਲਿਖਣਾ, ਹਾਰਡ ਮੈਟਲਸ ਲਾਈਕ ਟੰਗਸਟਨ, ਆਈ ਨਹੀਂ ਹੈ, TUNGSTEN, ਐਸ ਹੈ ਇੱਥੇ, ਟੰਗਸਟਨ, ਕਾਪਰ ਐਟਸੈਟਰਾ। ਕਹਿੰਦੇ ਜਿਹੜੀਆਂ ਕੈਥੋਡ ਰੇਜ਼ ਨੇ ਇਹ ਐਕਸ ਰੇਜ਼ ਵੀ ਪ੍ਰੋਡਿਊਸ ਕਰਦੀਆਂ ਨੇ ਉਦੋਂ ਜਦੋਂ ਇਹ ਕਿਸੇ ਹਾਰਡ ਮੈਟਲ ਦੇ ਉੱਤੇ ਜਾ ਕੇ ਹਿੱਟ ਕਰਦੀਆਂ ਨੇ, ਜਿਵੇਂ ਟੰਗਸਟਨ ਦੇ ਉੱਤੇ ਜਾਂ ਕਾਪਰ ਦੇ ਉੱਤੇ ਹਿੱਟ ਕਰਦੀਆਂ, ਤਾਂ ਉਸ ਸਮੇਂ ਇਹ ਐਕਸ ਰੇਜ਼ ਵੀ ਪ੍ਰੋਡਿਊਸ ਕਰਦੀਆਂ, ਜਿਨ੍ਹਾਂ ਐਕਸ ਰੇਜ਼ ਦੇ ਦੁਆਰਾ ਬੋਡੀ ਦਾ ਐਕਸਰੇ ਕੀਤਾ ਜਾ ਸਕਦਾ ਹੈ। The cathode rays penetrate through thin sheets of aluminium and other soft metals। ਕਹਿੰਦੇ ਕੁਝ ਸੌਫਟ ਮੈਟਲਸ ਹੁੰਦੀਆਂ ਨੇ ਜਿਵੇਂ ਐਲੂਮੀਨੀਅਮ ਹੈ ਜਾਂ ਹੋਰ ਹੈ ਸਾਡੇ ਕੋਲ ਸੀਜ਼ੀਅਮ ਵਗੈਰਾ, ਉਹਨਾਂ ਦੇ ਵਿੱਚੋਂ ਇਹ ਪਾਰ ਵੀ ਲੰਘ ਜਾਂਦੀਆਂ। ਪੈਨੀਟਰੇਟ ਹੁੰਦਾ ਕਿਸੇ ਚੀਜ਼ ਦੇ ਅੰਦਰ ਚਲੇ ਜਾਣਾ, ਸੋ ਪਾਰ ਲੰਘ ਕੇ ਵੀ ਚਲੇ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ, ਮੀਨਸ ਇਹਨਾਂ ਦੀ ਪੈਨੀਟਰੇਟਿੰਗ ਪਾਵਰ ਬਹੁਤ ਜ਼ਿਆਦਾ ਹਾਈ ਹੁੰਦੀ ਹੈ। ਲਾਸਟ ਹੈ ਦ ਕੈਥੋਡ ਰੇਜ਼ ਅਫੈਕਟ ਦਾ ਫੋਟੋਗ੍ਰਾਫਿਕ ਪਲੇਟ। ਫੋਟੋਗ੍ਰਾਫਿਕ ਪਲੇਟਸ ਜਿਨ੍ਹਾਂ ਦੇ ਉੱਤੇ ਡਿਫਰੈਂਟ ਇਮੇਜਸ ਬਣਾਈਆਂ ਜਾ ਸਕਦੀਆਂ ਨੇ, ਉਹਨਾਂ ਨੂੰ ਵੀ ਕਹਿੰਦੇ ਇਹ ਕੈਥੋਡ ਰੇਜ਼ ਅਫੈਕਟ ਕਰ ਸਕਦੀਆਂ ਨੇ। ਸੋ ਇਹ ਸਾਰੇ ਜੋ ਨੇਚਰ ਦੇਖੇ ਨੇ ਇਹਨਾਂ ਤੇ ਬੇਸਡ ਲਾਸਟ 'ਚ ਫਿਰ ਇੱਕ ਕਨਕਲੂਜ਼ਨ ਜੋ ਸਿੱਟਾ ਕੱਢਿਆ ਗਿਆ ਉਹ ਕੀ ਸੀ? ਫਰੋਮ ਦਾ ਅਬਵ ਆਬਜ਼ਰਵੇਸ਼ਨਸ ਵੀ ਹੈਵ ਅਬਜ਼ਰਵਡ ਦੈਟ ਦ ਕੈਥੋਡ ਰੇਜ਼ ਕੰਸਿਸਟ ਆਫ ਨੈਗੇਟਿਵਲੀ ਚਾਰਜਡ ਪਾਰਟੀਕਲਸ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਪੋਸਟੂਲੇਟ 'ਚ ਤੁਸੀਂ ਪੜ੍ਹਿਆ ਇਹ ਕਿ ਇਹ ਨੈਗੇਟਿਵਲੀ ਚਾਰਜਡ ਪਾਰਟੀਕਲਸ ਤੋਂ ਬਣੀਆਂ ਹੋਈਆਂ, ਸੋ ਉੱਥੋਂ ਹੀ ਇਹ ਸਿੱਟਾ ਕੱਢਿਆ ਗਿਆ ਸੀ। ਐਂਡ these negatively charged particles were named as electrons। ਸੋ ਇਹੀ ਜੋ ਨੈਗੇਟਿਵਲੀ ਚਾਰਜ ਪਾਰਟੀਕਲ ਸੀ ਇਹਨਾਂ ਨੂੰ ਨਾਮ ਦਿੱਤਾ ਗਿਆ ਸੀ ਇਲੈਕਟ੍ਰੋਨਸ ਦਾ। ਸੋ ਇਹ ਹੋ ਗਿਆ ਤੁਹਾਡਾ ਡਿਸਕਵਰੀ ਆਫ ਇਲੈਕਟ੍ਰੋਨ ਦਾ ਪੂਰਾ ਟੌਪਿਕ। ਇੱਥੇ ਤੁਹਾਡਾ ਟੌਪਿਕ ਇਹ ਖਤਮ ਹੁੰਦਾ ਹੈ ਡਿਸਕਵਰੀ ਆਫ ਇਲੈਕਟ੍ਰੋਨ ਦਾ, ਤੇ ਇੱਥੋਂ ਹੀ ਫਿਰ ਬਾਅਦ ਦੇ ਵਿੱਚ ਇਲੈਕਟ੍ਰੋਨ ਨੂੰ ਡਿਫਾਈਨ ਵੀ ਕੀਤਾ ਗਿਆ, ਇਸ ਦੀ ਡੈਫੀਨੇਸ਼ਨ ਵੀ ਦਿੱਤੀ ਗਈ ਸੀ। ਇਟ ਇਜ਼ ਡਿਫਾਈਨਡ ਐਜ਼ ਅ ਸਬ ਅਟੋਮਿਕ ਪਾਰਟੀਕਲ which carries 1 unit negative charge, that is 1.602 into 10 raised power minus 19 कूलम। C कूलम ਦਾ ਜੋ ਹੈ ਯੂਨਿਟ ਹੁੰਦਾ and has a mass 9.1 into 10 raised power minus 31 kilogram, which is equal to 1 by 1837th part of hydrogen atom। ਕਹਿੰਦੇ ਇਲੈਕਟ੍ਰੋਨਿਕ ਸਬ ਅਟੋਮਿਕ ਪਾਰਟੀਕਲ ਹੈ ਜਿਹਦੇ ਉੱਤੇ 1 ਯੂਨਿਟ ਨੈਗੇਟਿਵ ਚਾਰਜ ਹੁੰਦਾ ਹੈ। ਉਹ 1 ਯੂਨਿਟ ਕਿਹੜਾ ਹੁੰਦਾ ਹੈ? ਇਹਨੂੰ 1 ਯੂਨਿਟ ਲਿਆ ਜਾਂਦਾ, 1 ਯੂਨਿਟ ਨੈਗੇਟਿਵ ਚਾਰਜ 1.602 into 10 raised power minus 19 ਕੂਲਮ, ਤੇ ਮਾਸ ਇਹਦੇ ਉੱਤੇ ਹੁੰਦਾ ਕਹਿੰਦੇ 9.1 into 10 raised power minus 31 ਕਿਲੋਗ੍ਰਾਮ। ਇਹ ਜਿਹੜਾ ਮਾਸ ਹੈ ਹਾਈਡਰੋਜਨ ਐਟਮ ਦੇ 1/1837ਵਾਂ ਜੋ ਹਿੱਸਾ ਹੁੰਦਾ ਹੈ, ਹਾਈਡਰੋਜਨ ਐਟਮ ਦਾ 1/1837ਵਾਂ ਹਿੱਸਾ ਜੋ ਹੈ, ਜਿੰਨਾ ਉਹਦਾ ਮਾਸ ਹੁੰਦਾ ਉਨਾ ਮਾਸ ਇੱਕ ਇਲੈਕਟ੍ਰੋਨ ਦਾ ਹੁੰਦਾ, ਜਿਹਦੀ ਵੈਲਿਊ ਹੁੰਦੀ ਹੈ 9.1 into 10 raised power minus 31 ਕਿਲੋਗ੍ਰਾਮ। ਸੋ ਇਹ ਟੌਪਿਕ ਹੋ ਗਿਆ ਜੀ ਡਿਸਕਵਰੀ ਆਫ ਇਲੈਕਟ੍ਰੋਨ, ਤੇ ਨੈਕਸਟ ਟੌਪਿਕ ਜੋ ਹੈ ਤੁਹਾਡਾ ਉਹ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।